ਵਿੱਚ ਹਰਿਆਵਲਤਾ ਹੁੰਦੀ ਹੈ। ਜਿਹੜੀ ਸਤੀਆਂ ਵਸਤਰ ਆਦਿਕ ਪਾਉਂਦੀਆਂ ਨੇ, 4 ਪ੍ਰਕਾਰ ਦੀਆਂ ਸਤੀਆਂ ਮੰਨੀਆਂ ਗਈਆਂ ਹਨ। ਸੱਚੇ ਪਾਤਸ਼ਾਹ ਕਹਿੰਦੇ ਨੇ, ਠਾਕੁਰ ਏਕ ਸਭਾਈ ਨਾਰ ਬਿਨ ਪਿਰ ਪੁਰਖ ਨਾ ਜਾਣੀ, ਸਾਚੇ ਗੁਰ ਕੇ ਹਿਤ ਪਿਆਰ। ਸੱਚੇ ਪਾਤਸ਼ਾਹ ਜੀ ਭਾਦੋ ਦੇ ਮਹੀਨੇ ਵਿੱਚ ਇਹੀ ਸਾਡੇ ਉਪਦੇਸ਼ ਬਖਸ਼ਦੇ ਹਨ ਕਿ ਭਾਦੋ ਭਰਮ ਫੁਲਾਣੀਆਂ ਦੂਜਾ ਲੱਗਾ ਹੇਤ। ਭਾਈ ਭਾਦੋ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਇਹੀ ਉਪਦੇਸ਼ ਬਖਸ਼ ਰਹੇ ਨੇ। ਭਾਈ ਭਾਦੋ ਦੇ ਮਹੀਨੇ ਦੁਆਰਾ ਕੀ ਕਹਿੰਦੇ ਹਨ ਕਿ ਭਾਈ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਪ੍ਰੇਮ ਨੂੰ ਛੱਡ ਕੇ ਕਿਸੇ ਦੂਸਰੇ ਦੇ ਪ੍ਰੇਮ ਦੇ ਵਿੱਚ ਲੱਗ ਕੇ, ਭਰਮ ਦੇ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ ਕਿਸੇ ਹੋਰ ਇਨਸਾਨ ਦੇ ਨਾਲ ਪ੍ਰੇਮ ਲਾ ਬੈਠੀਆਂ ਹਨ, ਆਪਣੇ ਪਤੀ ਨੂੰ ਛੱਡ ਦਿੱਤਾ ਹੈ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਦਾ ਬਾਰੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਭਾਈ ਕਿ ਜਿਹੜੀ ਜੀਵ ਰੂਪ ਇਸਤਰੀ ਹੈ, ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਦੂਸਰੇ ਪਾਸੇ ਨੂੰ ਜਿਹੜਾ ਪ੍ਰੇਮ ਹੈ ਆਪਣਾ ਲਾ ਲਿਆ ਹੈ, ਤੇ ਭਾਈ ਫਿਰ ਕੀ ਹੁੰਦੀ ਹੈ, ਉਹ ਕਦੇ ਵੀ ਸਤੀ ਨਹੀਂ ਖਵਾ ਸਕਦੀ, ਕਦੇ ਵੀ ਸੁਹਾਗਣ ਨਹੀਂ ਖਵਾ ਸਕਦੀ। ਜਿਹੜੀ ਭਾਈ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਸਰੇ ਪੁਰਖ ਦੇ ਨਾਲ ਆਪਣਾ ਜਿਹੜਾ ਸਨੇਹ ਪ੍ਰੇਮ ਲਾਉਂਦੀ ਹੈ, ਪਰ ਸੱਚੇ ਪਾਤਸ਼ਾਹ ਕਦੇ ਵੀ ਉਹ ਇਸਤਰੀ ਕਦੇ ਵੀ ਸੁੱਖ ਨਹੀਂ ਪਾਵੇਗੀ, ਹਮੇਸ਼ਾ ਹੀ ਦੁੱਖ ਉਹਦੇ ਸਿਮੜੇ ਰਹਿਣਗੇ। ਪਰ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਲਾਉਂਦੀਆਂ ਹਨ, ਪ੍ਰੇਮ ਰੱਖਦੀਆਂ ਹਨ, ਉਹ ਸਦਾ ਹੀ ਸਤੀਆਂ ਖਵਾਉਂਦੀਆਂ ਨੇ, ਉਹ ਸਦਾ ਹੀ ਸੁਹਾਗਣ ਖਵਾਉਂਦੀਆਂ ਨੇ। ਭਾਵੇਂ ਪ੍ਰਥਾਕ ਇਸਤਰੀ ਦੀ ਗੱਲ ਹੋਵੇ, ਭਾਵੇਂ ਜੀ ਰੂਪ ਇਸਤਰੀ ਦੀ ਗੱਲ ਹੋਵੇ। ਪਰ ਇੱਥੇ ਸੱਚੇ ਪਾਤਸ਼ਾਹ ਦੇ ਆਪਣੇ ਪਤੀ ਪ੍ਰੇਮ ਪਰਮੇਸ਼ਰ ਦੇ ਨਾਲ ਪ੍ਰੇਮ ਦੀ ਗੱਲ ਕੀਤੀ ਸੱਚੇ ਪਾਤਸ਼ਾਹ ਨੇ। ਭਾਈ ਜਿਹੜਾ ਵੀ ਬਿਨ ਪਿਰ ਸੱਚੇ ਪਾਤਸ਼ਾਹ ਨੇ ਬਿਨ ਪਿਰ ਪੁਰਖ ਨਾ ਜਾਣੇ, ਸਾਚੇ ਗੁਰ ਕੇ ਹਿਤ ਪਿਆਰ। ਇਸ ਕਰਕੇ ਭਾਈ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਨਾਲ ਪ੍ਰੇਮ ਰੱਖਦੀਆਂ ਨੇ, ਉਹੀ ਸਤੀਆਂ ਖਵਾਦੀਆਂ ਨੇ। ਪਰ ਕਈਆਂ ਭੁਲੇਖਿਆਂ ਵਿੱਚ ਪੈ ਕੇ, ਭਰਮ ਦੇ ਵਿੱਚ ਪੈ ਕੇ ਭਾਈ ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਹਮੇਸ਼ਾ ਹੀ ਦੁੱਖ ਪਾਉਂਦੀਆਂ ਨੇ, ਉਹ ਕਦੇ ਵੀ ਸੁਹਾਗਣ ਨਹੀਂ ਅਖਵਾ ਸਕਦੀਆਂ, ਉਹ ਕਦੇ ਵੀ ਸਤੀਆਂ ਨਹੀਂ ਅਖਵਾ ਸਕਦੀਆਂ। ਉਹਨਾਂ ਨੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਜਿਹੜਾ ਆਪਣਾ ਪ੍ਰੇਮ ਹੈ ਉਹ ਲਾ ਲਿਆ ਹੈ। ਸੱਚੇ ਪਾਤਸ਼ਾਹ ਕਹਿੰਦੇ, ਲੱਖ ਸਿਗਾਰ ਬਣਾਇਆ ਕਰਜ ਨਾਹੀ ਕੇਤ। ਪਰ ਕੀ ਕਰਦੀਆਂ ਨੇ, ਪਹਿਲਾਂ ਤੋਂ ਹੀ ਗੱਲ ਹੈ, ਪਿਛਲੇ ਅਨਾਦ ਕਾਲ ਦੇ ਵਿੱਚ ਤਾਂ ਗੱਲ ਠੀਕ ਸੀ, ਪਰ ਜਦੋਂ ਹੁਣ ਦਾ ਸਮਾਂ ਵੇਖੀਏ, ਹੁਣ ਦੇ ਸਮੇਂ ਦੇ ਵਿੱਚ ਜਿਹੜੀ ਇਹ ਸਾਮਗਰੀ ਹੈ, ਕੀ ਸਾਮਗਰੀ ਹੈ, ਲੱਖ ਸ਼ਿੰਗਾਰ ਬਣਾਇਆ। ਜਿਹੜੀ ਇਸਤਰੀ ਨੇ ਆਪਣੇ ਸਰੀਰ ਤੇ ਸ਼ਿੰਗਾਰ ਬਣਾਇਆ ਹੈ, ਕਿਹਦੇ ਵਾਸਤੇ ਬਣਾਇਆ, ਆਪਣੇ ਪਤੀ ਦੇ ਵਾਸਤੇ। ਜੇ ਪਤੀ ਨੇ ਉਹਦੇ ਵੱਲ ਵੇਖਿਆ ਨਹੀਂ, ਉਹਦੇ ਵਿੱਚ ਝਾਕਿਆ ਨਹੀਂ, ਉਹਦੇ ਵੱਲ ਪਤੀ ਪਰਮੇਸ਼ਰ ਦੀ ਨਜ਼ਰ ਹੀ ਨਹੀਂ ਪਈ, ਫਿਰ ਉਹਦਾ ਬਣਾਇਆ ਹੋਇਆ ਸ਼ਿੰਗਾਰ ਕਿਸ ਕੰਮ ਦਾ। ਇਹ ਸਾਮਗਰੀ ਦੇ ਬਾਰੇ ਸੱਚੇ ਪਾਤਸ਼ਾਹ ਜੀ ਵਿਚਾਰ ਵਿੱਚ ਦੱਸਦੇ ਨੇ ਕਿ ਭਾਈ ਪਹਿਲਾਂ ਜਿਹੜੀਆਂ ਇਹ ਸ਼ਿੰਗਾਰ ਜਿਹੜਾ ਕਿਵੇਂ ਆਇਆ, ਕਿ ਭਾਈ ਗਹਿਣੇ ਪਾਣੇ, ਆਪਣੇ ਚਿਹਰੇ ਤੇ ਸ਼ਿੰਗਾਰ ਲਾਣਾ, ਜਿਹੜਾ ਭਾਈ ਮਟਣਾ ਆਦਿਕ ਆਪਣੇ ਸਰੀਰ ਨੂੰ ਮਲਣਾ, ਇਹ ਸਿਰਫ ਉੱਥੋਂ ਤੱਕ ਸੀਮਤ ਸੀ। ਜਿਹੜੀਆਂ ਇਸਤਰੀਆਂ ਨੂੰ ਭਾਈ ਪਰਮੇਸ਼ਰ ਵੱਲੋਂ ਕੋਈ ਸੋਹਣਾ ਰੂਪ ਨਾ ਮਿਲਿਆ ਹੁੰਦਾ, ਉਹ ਆਪਣੇ ਪਤੀ ਦੇ ਕੋਲ ਆਪਣੇ ਪਤੀ ਨੂੰ ਪ੍ਰਵਾਨ ਹੋਣਾ ਚਾਹੁੰਦੀਆਂ ਸੀ, ਪਰ ਉਹਨਾਂ ਦੇ ਜਿਹੜੇ ਸਰੀਰ ਸਨ ਉਹ ਸੁੰਦਰ ਨਹੀਂ ਸਨ, ਉਹਨਾਂ ਦੇ ਚਿਹਰੇ ਸੁੰਦਰ ਨਹੀਂ ਸਨ। ਪਰ ਜਿਹੜੇ ਲੋਕ ਕਾਮੀ ਪੁਰਖ ਹੁੰਦੇ ਨੇ, ਉਹ ਭਾਈ ਕੀ ਕਰਦੇ ਨੇ, ਉਹ ਸੋਹਣੇ ਸਰੂਪ ਨੂੰ ਦੇਖ ਕੇ ਹੀ ਮੋਹਿਤ ਹੁੰਦੇ ਹਨ। ਪਰ ਇੱਥੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਸ ਸ਼ਿੰਗਾਰ ਸਰੀਰ ਤੇ ਲਾਇਆ, ਪਰ ਜੇ ਪਤੀ ਨੂੰ ਨਹੀਂ ਪਾਇਆ, ਉਹ ਭਾਈ ਕਿਸੇ ਕੰਮ ਦਾ ਨਹੀਂ ਹੈ। ਇਸੇ ਤਰ੍ਹਾਂ ਜੀਵ ਰੂਪ ਇਸਤਰੀ ਜਦੋਂ ਆਪਣੇ ਪਤੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਭਾਈ ਪਤੀ ਪਰਮੇਸ਼ਰ ਨੂੰ ਪਾਇਆ ਹੀ ਨਹੀਂ, ਫਿਰ ਉਹਦਾ ਸੇਵਾ ਕੀਤੀ ਹੋਈ, ਨਾਮ ਜਪਿਆ ਹੋਇਆ, ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੇ ਕੀਤੇ ਹੋਏ ਅਡੰਬਰ, ਕਈ ਵਾਰ ਇਨਸਾਨ ਬੜੇ ਅਡੰਬਰ ਕਰਦਾ ਹੈ, ਬੜੇ ਪਰਮੇਸ਼ਰ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਭਰਮ ਦੇ ਵਿੱਚ ਪੈ ਕੇ, ਭੁਲੇਖਿਆਂ ਵਿੱਚ ਪੈ ਕੇ ਭੁੱਲ ਜਾਂਦਾ ਹੈ ਕਿ ਭਾਈ ਮੈਂ ਇਹ ਜਿਹੜੇ ਕਰਮ ਕਰ ਰਿਹਾ, ਇਹ ਮੈਨੂੰ ਪਰਮੇਸ਼ਰ ਤੋਂ ਦੂਰ ਲਿਜਾਣ ਵਾਲੇ ਹਨ, ਇਹ ਪਰਮੇਸ਼ਰ ਦੇ ਕੋਲ ਨਹੀਂ ਲੈ ਜਾ ਸਕਦੇ ਮੈਨੂੰ। ਬੰਦਾ ਇਨਸਾਨ ਪਤਾ ਨਹੀਂ ਕਿਸੇ ਕਿਹੜੇ ਬਾਬਿਆਂ ਕੋਲ, ਕਿਹੜੇ ਸਿਆਣਿਆਂ ਕੋਲ ਧੱਕੇ ਖਾਂਦਾ ਫਿਰਦਾ ਹੈ। ਸ਼ਿੰਗਾਰ ਤਾਂ ਬੜੇ ਲਾਉਂਦਾ ਹੈ ਸਰੀਰ ਤੇ, ਪਰ ਉਹ ਪਰਮੇਸ਼ਰ ਨੂੰ ਨਹੀਂ ਪਾਉਂਦੇ। ਪਰਮੇਸ਼ਰ ਨੂੰ ਉਹੀ ਭਾਉਂਦੇ ਨੇ ਭਾਈ ਜਿਹੜਾ ਪਰਮੇਸ਼ਰ ਦੇ ਆਪਣੇ ਭਾਵਨਾ ਨਾਲ, ਸਰਦਾ ਨਾਲ ਰੱਖਦਾ ਹੈ, ਸਰਦਾ ਭਾਵਨਾ ਦੇ ਨਾਲ ਰੱਖ ਕੇ ਸੱਚੇ ਪਾਤਸ਼ਾਹ ਜੀ ਦੇ ਭਾਈ ਆਪਣੇ ਹਿਰਦੇ ਵਿੱਚ ਪ੍ਰੇਮ ਰੱਖਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਫਿਰ ਉਹੀ ਜਿਹੜੀ ਜੀਵ ਰੂਪ ਇਸਤਰੀ ਹੈ, ਸੱਚੇ ਪਾਤਸ਼ਾਹ ਨੂੰ ਉਹੀ ਪਾਉਂਦੀ ਹੈ। ਪੁਰਾਣੇ ਜ਼ਮਾਨਾ ਜਿਹੜੇ ਕੁਝੇ
रूप वाली इस्त्रियां होंदियां सी अपने शरीर ते सामग्री जिहड़ी भाई ये लाउंदियां सन, ये श्रृंगार करदियां सी अपने पति नूं रिझाण वास्ते, अपने पति नूं अपने उपर मोहित करन वास्ते लाउंदियां सी। पर हौली हौली ये जिहड़ा भाई जिहड़ा सामग्री सी, ये श्रृंगार सी, हौली हौली की बन गया, एक दुख का कारण बन गया। क्यों अजकल जिहड़ी इस्त्रियां होंदियां अपने श्रृंगार लाउंदियां, हरेक नहीं होंदी, कोई पंजे उंगलियां एकसार नहीं होंदियां, माड़े भी होंदे संसार दे विच। सारे इंसान कि सारे पुरख चंगे होंदे हैं? नहीं, सारे पुरख भी नहीं चंगे होंदे, सारियां इस्त्रियां भी नहीं चंगियां होंदियां, सारियां माड़ियां भी नहीं होंदियां ते सारे पुरख माड़े भी नहीं होंदे। कि सारा कुछ संसार दे विच नहीं हुंदा एकसार। सच्चे पातशाह कहंदे ने भाई पहला इस शरीर जिहड़ा श्रृंगार लाउणा सी ये कुछ हद तक ठीक सी, क्योंकि ਜਿਹੜੀਆਂ ਇਸਤਰੀਆਂ ਆਪਣੇ ਪਤੀ ਵਾਸਤੇ ਆਪਣੇ ਸਰੀਰ ਤੇ ਸ਼ਿੰਗਾਰ ਕਰਦੀਆਂ ਸੀ। ਪਰ ਹੌਲੀ ਹੌਲੀ ਅੱਜ ਕੱਲ ਦਾ ਕੀ ਸਮਾਂ ਆ ਗਿਆ, ਅੱਜ ਕੱਲ ਦਾ ਸਮਾਂ ਆ ਗਿਆ ਕਿ ਜਿਹੜੀ ਇਸਤਰੀ ਪਤੀ ਤੋਂ ਭਾਵੇਂ ਕੋਲ ਹੋਵੇ, ਸ਼ਿੰਗਾਰ ਉਦੋਂ ਕਰਦੀ ਆਪਣੇ ਸਰੀਰ ਤੇ ਜਦੋਂ ਕੋਈ ਮੇਲਾ ਦੇਖਣ ਜਾਣਾ ਹੋਵੇ, ਕਿਸੇ ਵਿਆਹ ਸ਼ਾਦੀਆਂ ਤੇ ਜਾਣਾ ਹੋਵੇ, ਕਿ ਦੂਸਰੇ ਲੋਕ ਦੇਖ ਕੇ ਮੈਨੂੰ ਮੋਹਿਤ ਹੋਣ ਤੇ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ। ਇਸ ਤਰ੍ਹਾਂ ਭਾਈ ਉਹ ਜਿਹੜਾ ਸ਼ਿੰਗਾਰ ਹੈ ਆਪਣੇ ਸਰੀਰ ਤੇ ਲਾਇਆ ਹੋਇਆ, ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਦੁੱਖ ਦਾ ਕਾਰਨ ਬਣ ਜਾਂਦਾ ਹੈ, क्योंकि फिर वो अपने पति तो दूर हो जांदियां ने भाई, अपने अंदर किसी दूसरे पुरख दे ताई अपना प्रेम जताउंदियां है। सच्चे पातशाह कहंदे ने भाई फिर वो दुख भोगदियां हन। सच्चे पातशाह कहंदे ने उन्हां दा बनाया है श्रृंगार, शरीर ते लाया होया श्रृंगार किसी काम दा नहीं है, वो भाई हमेशा ही दुख पाउंदियां हन। इस करके सच्चे पातशाह कहंदे ने भाई लख श्रृंगार बनाया कारज नाही केत, भाई उन्हां लखां साधना रूप श्रृंगार बनाया है, पर वो श्रृंगार जिहड़ा केत है वो भाई किसी काम दा नहीं है। जो खाण पीण दे भरम विच अपने पति नूं अते पति सेवा नूं भुला दिंदियां ने, हर पासे दूजे पुरखां नाल अपना प्यार लाउंदियां हन। उन्होंने किते हुए लखां श्रृंगार सच्चे पातशाह कहंदे किसी काम दे नहीं है, उन्हां दी कदे भी कल्याण नहीं हो सकदी। भाई उन्हां नूं गिरावण वाले हाँ जिहड़े श्रृंगार ने वो गिरावण वाले हन, उन्हां नाल भाई वो विषयां दा कारण बन जांदे हन ते अपने वो जीवन नूं बिगाड़ लैंदियां हन। इस करके फिर दरगाह विच उन्हां नूं जिहड़ियां भारीआं सज़ावां प्राप्त होंदियां ने। इस करके सच्चे पातशाह कहते हैं भाई एक नगरी पंच चोर बसे बरचत चोरी धावै। इस करके भाई साडे हिरदे विच जिहड़े 5 चोर बसे हुए हैं भाई, अविद्या दा, असमता दा, राग द्वैक, अभिनिवेश हैं, जे सारे ही प्रकाश संशय हैं, प्राण प्रेमे विप्रजते अते जिहड़े 3 गुण रजो तमो सतगुण ये 11 हो गए हैं। 12 निर्दक पुणा 13वां मनमत वतनी 14वां पतिवर्त विचा प्यार, फिर 15वां दीर्घ काल की आसा। ये साड़ा भादरों का पूरा महीना ही बन गया। इस करके सच्चे पातशाह जी भादरों के महीने द्वारा ये सानू समझाते हैं भाई कि भादरों के महीने में सूरज बहुत तपदा है, इधर पदार्थों का निश्चय कान रूप और लोभ रूप सूरज तप रहा है, क्योंकि साडे हिरदे विच पदार्थों की भुख लगी हुई है। जीव रूप स्त्री भी अपने शरीर ते अपने उपर श्रृंगार करती है कि पदार्थों की भुख के कारण पति परमेश्वर नूं भुला दिंदी है। वो पति परमेश्वर का नाम नहीं जपदी, पति परमेश्वर नूं अपने हिरदे भी नहीं बसती, उन्हें दूसरे पासे उन्हें अपना प्रेम लाया होया है। वो भाई अपना हेत दूजे पासे लाया है, वो पदार्थों के लगी रहिंदी है, पदार्थों नूं ही अंदर हिरदे विच रहिंदी है, लोगों के द्वैत भावना विच, ईर्खा विच, भाई दूसरे की निंदा चुगली विच लगी रहिंदी है। इस करके भाई इन्हां गल्लां विच उहदा प्रेम है, वो अपने पति परमेश्वर नूं किवें चंगी लगेगी, उहदा कीता होया श्रृंगार परमेश्वर नूं किवें भावेगा। इस करके सच्चे पातशाह कहंदे हन लख श्रृंगार बनाया कारज नाहीं केत। भाई इस करके उन्होंने बनाया होया जड़ा श्रृंगार है वो कदे भी किसी तरह किसी के काम नहीं होंदा, वो भाई परमेश्वर नूं भांदा नहीं है। इस करके सच्चे पातशाह कहते हैं उन्होंने बनाया होया भाई श्रृंगार काम नहीं होंदा। सच्चे पातशाह कहते हैं जित दिन देह बिनसी तित वेलै कैसन प्रेत। जिस दिन भाई जिन्हां वास्ते तो चंगा सी, चंगे गहने पाउंदा सी, जिहड़े शरीर ते सुगंधियां लाउंदा सी, इत्यादक और बहुत बारे लखां श्रृंगार बनाउंदा सी, साधना रूप श्रृंगार लाउणे करदा सी, दोवें ही समझ लेने भाई श्रृंगारी होई भावें नाश हो जाती है। जदों श्रृंगारी हुई देह खत्म हो जाती है ना, ये देह नाश हो जाती है, फिर ये श्वास जोड़े निकल जाते हैं, फिर जोड़े माता पिता पुत्र धी आदि फिर की कहते हैं भाई ये तो प्रेत हो गया। जिहदे शरीर नूं श्रृंगारदा ना
ਸਰੀਰ ਤੇ ਬੜੇ ਬੜੇ ਸੋਹਣੇ ਸੋਹਣੇ ਸਿੰਗਾਰ ਲਾਉਂਦਾ ਹੈ, ਸਰੀਰ ਨੂੰ ਸਵਾਰਦਾ ਹੈ ਭਾਈ, ਬੜੀਆਂ ਖੁਸ਼ਬੂ ਵਾਲੀਆਂ ਸਾਬਣਾਂ ਦੇ ਨਾਲ ਨਹਾਉਂਦਾ ਹੈ, ਬੜੇ ਸੈਂਟ ਲਾਉਂਦਾ ਹੈ ਸਰੀਰ ਤੇ ਭਾਈ, ਬੜੇ ਮਨ ਮੂਹੇ ਜਿਹੜੇ ਭਾਈ ਸਿੰਗਾਰ ਲਾਉਂਦਾ ਹੈ। ਪਰ ਜਦੋਂ ਸਰੀਰ ਦੇ ਵਿਸ਼ਵਾਸ ਨਿਕਲ ਜਾਂਦੇ ਨੇ, ਜਿਹੜੇ ਤੈਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਪਰਿਵਾਰ ਦੇ ਸਭ ਤੋਂ ਨੇੜੇ ਕੌਣ ਹੁੰਦੀ ਹੈ? ਸਭ ਤੋਂ ਨੇੜੇ ਹੁੰਦੀ ਹੈ ਘਰ ਵਾਲੀ। ਆਪਣੇ ਘਰ ਵਾਲੇ ਜਿਹੜੀ ਕੋਈ ਵੀ ਗੱਲਾਂ ਨਹੀਂ ਛੁਪਾਉਂਦਾ ਸੀ, ਸਾਰੀਆਂ ਗੱਲਾਂ ਘਰ ਵਾਲੀ ਨਾਲ ਕਰਦਾ ਸੀ। ਜਦੋਂ ਆ ਸਰੀਰ ਤੋਂ ਭਾਈ ਸਵਾਸ ਨਿਕਲ ਗਏ ਤੇ ਸੱਚੇ ਪਾਤਸ਼ਾਹ ਕਹਿੰਦੇ, ਉਹ ਵੀ ਕੀ ਕਹਿੰਦੀ ਹੈ? ਇਹ ਪ੍ਰੇਤ ਹੋ ਗਿਆ, ਇਹਨੂੰ ਛੇਤੀ ਲੈ ਜਾਓ, ਕਦੇ ਮੇਰੇ ਨਾਲ ਨਹੀਂ ਬਣ ਜਾਵੇ। ਫਿਰ ਕਿਸ ਨਾਲ ਆਪਣਾ ਮੋਹ ਲਾਏਗਾ? ਕਿਉਂ ਆਪਣੇ ਸਰੀਰ ਦੇ ਨਾਲ ਜਿਹੜਾ ਭਾਈ ਨਾਸ ਹੋਣ ਵਾਲਾ ਹੈ, ਜਿਹੜਾ ਇੱਕ ਮਿਥਿਆ ਹੈ, ਇਹਦੇ ਨਾਲ ਪ੍ਰੇਮ ਕਰਕੇ ਭਾਈ ਪਰਮੇਸ਼ਰ ਨਾਲ ਟੁੱਟ ਰਿਹਾ ਹੈ। ਸੱਚੇ ਪਾਤਸ਼ਾਹ ਕਹਿੰਦੇ, ਜਿਤ ਦਿਨ ਦੇ ਬਿਨਸੀ ਤਿਸ ਵੇਲੇ ਕਹਿਸਨ ਪ੍ਰੇਤ, ਭਾਈ ਜਿਦਨੇ ਦੇ ਜਿਹੜੀ ਹੈ ਉਹ ਬੀਤ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਫਿਰ ਉਸ ਦਿਨ ਇਹਨਾਂ ਜਿਹੜੇ ਤੇਰੇ ਮਾਤ ਪਿਤਾ, ਧੀਆਂ ਪੁੱਤਰ, ਤੇਰੇ ਸਾਰੇ ਹੀ ਜਿੰਨੇ ਵੀ ਤੇਰੇ ਭਾਈ ਸੰਬੰਧੀ ਹਨ, ਉਹ ਸਾਰੇ ਤੈਨੂੰ ਛੱਡ ਕੇ ਚਲੇ ਜਾਣੇ। ਉਹਨਾਂ ਨੇ ਤੈਨੂੰ ਪ੍ਰੇਤ ਪ੍ਰੇਤ ਕਹਿਣਾ। ਸੱਚੇ ਪਾਤਸ਼ਾਹ ਕਹਿੰਦੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਭਾਈ ਜਦ ਹੰਸ ਨੇ ਇੱਕ ਆਇਆ ਤਜ ਦੇਣਾ, ਤੇ ਜਿਹੜੀ ਤੇਰੀ ਘਰ ਦੀ ਤੇਰੀ ਇਸਤਰੀ ਹੈ ਨਾ, ਤੇਰੀ ਘਰ ਵਾਲੀ ਹੈ, ਇਹਨੇ ਵੀ ਭਾਈ ਤੈਨੂੰ ਛੱਡ ਦੇਣਾ, ਤੈਨੂੰ ਪ੍ਰੇਤ ਪ੍ਰੇਤ ਆਖਣਾ। ਮਾਤ ਪਿਤਾ ਭਾਈ ਸੁਤ ਬੰਧਪ, ਹਾਰ ਖੁਨ ਗ੍ਰਹਿ ਕੀ ਨਾਰ, ਤੰਤੇ ਪ੍ਰਾਨ ਹੋਤ ਜਬ ਨਿਆਰੇ, ਤੇਤ ਪ੍ਰੇਤ ਪੁਕਾਰ ਪੁਕਾਰ। ਭਾਈ ਫਿਰ ਉਹ ਪ੍ਰੇਤ ਪ੍ਰੇਤ ਪੁਕਾਰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਵੀ ਤੇਰੇ ਕੋਲ ਨਹੀਂ ਲੱਗਦੀ, ਉਹ ਵੀ ਕਹਿੰਦੀ ਨਾ ਛੇਤੀ ਘਰ ਇੱਥੇ ਕੱਢ ਕੇ ਲੈ ਜਾਓ, ਇਹਦੀ ਛੇਤੀ ਜਾ ਕੇ ਇਹਦਾ ਸੰਸਕਾਰ ਕਰ ਦਿਓ, ਕਿਤੇ ਇੱਥੇ ਨਾ ਰਹਿ ਜੇ, ਕਿਤੇ ਇੱਥੇ ਨਾ ਪ੍ਰੇਤ ਬਣ ਜਾਵੇ। ਇਹ ਜਿਹੜੇ ਸਗੇ ਸੰਬੰਧੀਆਂ ਦਾ ਅਸੀਂ ਪ੍ਰੇਮ ਕਰਦੇ ਹਾਂ ਨਾ, ਬਈ ਮੇਰਾ ਫਲਾਣੇ ਨਾਲ ਬੜਾ ਪ੍ਰੇਮ ਹੈ, ਮੇਰੀ ਘਰਵਾਲੀ ਨਾਲ ਬੜਾ ਪ੍ਰੇਮ ਹੈ, ਮੇਰੇ ਪੁੱਤਰਾਂ ਅੰਦਰ ਨਾਲ, ਮੇਰੇ ਸਗੇ ਸੰਬੰਧੀਆਂ ਨਾਲ, ਮੇਰੇ ਰਿਸ਼ਤੇਦਾਰਾਂ ਦੇ ਨਾਲ ਬੜਾ ਪ੍ਰੇਮ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਦੋਂ ਤੇਰੇ ਦੇਹ ਦੇ ਵਿੱਚ ਇਹ ਸਵਾਸ ਨਿਕਲ ਜਾਣੇ, ਤੇਰੇ ਭਾਈ ਤੇਰੀ ਮੌਤ ਹੋ ਜਾਣੀ, ਭਾਈ ਉਹਨਾਂ ਨੇ ਸਾਰਿਆਂ ਨੇ ਕਹਿਣਾ ਪ੍ਰੇਤ ਹੋ ਗਿਆ। ਫਿਰ ਤੈਨੂੰ ਪ੍ਰੇਤ ਪ੍ਰੇਤ ਕਰਕੇ ਭਾਈ ਤੈਨੂੰ ਛੱਡ ਕੇ ਚਲੇ ਜਾਣਾ। ਸੱਚੇ ਪਾਤਸ਼ਾਹ ਨੇ ਭਾਈ ਫਿਰ ਤੇਰਾ ਕਿਤੇ ਨਹੀਂ ਸਾਥ ਦੇਣਾ। ਫਿਰ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਪਕੜ ਚਲਾਏ ਨੇ ਦੂਤ ਜਮ, ਕਿਸੇ ਨਾ ਦੇਣੀ ਭੇਤ। ਜਦੋਂ ਭਾਈ ਆ ਕੇ ਜਮਦੂਤਾਂ ਨੇ ਤੈਨੂੰ ਪਕੜ ਲਿਆ ਨਾ, ਫਿਰ ਜਿਹੜੇ ਧਰਮ ਰਾਜੇ ਦੇ ਭੇਜੇ ਹੋਏ ਕਾਲੇ ਮੂੰਹ ਵਾਲੇ ਜਿਹੜੇ ਜਮਦੂਤ ਆਉਣਗੇ, ਉਹਨਾਂ ਨੇ ਤੈਨੂੰ ਪਕੜ ਲਿਆ। ਫਿਰ ਭਾਈ ਉਹਨਾਂ ਨੇ ਤੈਨੂੰ ਭੇਤ ਨਹੀਂ ਦੇਣਾ, ਤੈਨੂੰ ਕਿੱਥੇ ਲੈ ਕੇ ਚੱਲੇ ਨੇ ਉਹ, ਤੈਨੂੰ ਕਿਹੜੀਆਂ ਸਜ਼ਾਵਾਂ ਦੇਣਗੇ, ਤੈਨੂੰ ਭਾਈ ਕਿਹੜੇ ਤੈਨੂੰ ਦੁੱਖ ਰਸਤੇ 'ਚ ਮਿਲਣਗੇ, ਕਿਹੜੇ ਤੈਨੂੰ ਭਾਈ ਨਰਕ ਵਿੱਚੋਂ ਸੁੱਟਣਗੇ, ਤੈਨੂੰ ਕਿਸੇ ਨੇ ਤੇਰੇ ਭੇਤ ਨਹੀਂ ਦੇਣਾ, ਨਾ ਹੀ ਉਹਨਾਂ ਨੇ ਭੇਜ ਦੇਣਾ ਤੇਰੇ ਸਗੇ ਸੰਬੰਧੀਆਂ ਨੂੰ। ਭਾਈ ਹੁਣ ਤੇਰਾ ਸਮਾਂ ਆ ਗਿਆ, ਤੇਰਾ ਜਾਣ ਦਾ ਵਕਤ ਆ ਗਿਆ, ਇਹ ਤੈਨੂੰ ਕੋਈ ਭੇਤ ਨਹੀਂ ਤੈਨੂੰ ਕਿਸੇ ਪ੍ਰਕਾਰ ਦਾ ਹੋਣਾ। ਉਹਨੇ ਭਾਈ ਉਹ ਜਿਵੇਂ ਚੋਰ ਨਹੀਂ ਆਉਂਦਾ ਘਰੇ ਚੋਰੀ ਕਰਕੇ ਲੈ ਜਾਂਦਾ, ਇਸ ਤਰ੍ਹਾਂ ਉਹ ਜਮਦੂਤ ਆਉਣਗੇ ਭਾਈ ਤੇਰੀ ਦੇਹ ਵਿੱਚ, ਤੇਰੇ ਜਿਹੜੇ ਭਾਈ ਤੇਰੇ ਅੰਦਰ ਸਵਾਸ ਬਸ ਰਹੇ ਨਾ, ਉਹਨਾਂ ਸਵਾਸਾਂ ਨੂੰ ਕੱਢ ਕੇ ਲੈ ਜਾਣਾ ਉਹਨਾਂ ਨੇ, ਤੇ ਰਸਤੇ ਵਿੱਚ ਵੀ ਉਹਨਾਂ ਨੇ ਭੇਤ ਨਹੀਂ ਦੇਣਾ। ਤੈਨੂੰ ਦੱਸਣਾ ਥੋੜ੍ਹੀ ਕੁਛ ਹੈ ਕਿ ਤੈਨੂੰ ਜਾ ਕੇ ਇਹ ਸਜ਼ਾ ਮਿਲਣਗੀਆਂ, ਤੈਨੂੰ ਇਸ ਨਰਕ ਵਿੱਚ ਸੁੱਟਣਗੇ। ਭਾਈ ਉਹ ਤੈਨੂੰ ਬੜੀਆਂ ਨਰਕਾਂ ਉੱਥੇ ਮਿਲਣਗੀਆਂ ਜੇ ਤੂੰ ਪ੍ਰਭੂ ਦਾ ਪ੍ਰੇਮ ਨਹੀਂ ਨਾ ਧਾਰਨ ਕੀਤਾ, ਪ੍ਰਭੂ ਨੂੰ ਆਪਣਾ ਨਹੀਂ ਬਣਾਉਣਾ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਭਾਈ ਫਿਰ ਉੱਥੇ ਬੜੇ ਹੀ ਸਜ਼ਾਵਾਂ ਪ੍ਰਾਪਤ ਹੋਣਗੀਆਂ, ਤੈਨੂੰ ਉਹਨਾਂ ਨੇ ਕੋਈ ਭੇਤ ਨਹੀਂ ਦੇਣਾ। ਫਿਰ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਛੜ ਖੜੋਤੇ ਕਿ ਨ ਮਾਏ ਜਿਨਸੋ ਲੱਗਾ ਹੇਤ। ਪਰ ਜਿਨ੍ਹਾਂ ਨਾਲ ਪ੍ਰੇਮ ਸੀ, ਛੜ ਖੜੋਤੇ ਕਿ ਨ ਮਾਏ ਜਿਨਸੋ ਲੱਗਾ ਹੇਤ, ਉਹ ਤੈਨੂੰ ਛੱਡ ਕੇ ਖੜ ਜਾਣਗੇ, ਭਾਵੇਂ ਕਿ ਦੌੜ ਜਾਣਗੇ। ਜਿਨ੍ਹਾਂ ਨਾਲ ਤੇਰਾ ਪ੍ਰੇਮ ਸੀ, ਛੜ ਖੜੋਤਾ ਕਿ ਨ ਮਾਏ, ਇੱਕ ਛਿੰਦੇ ਮਾਤਰ ਤੇਰਾ ਸਾਥ ਛੱਡ ਦੇਣਗੇ। ਉਹਨਾਂ ਨੇ ਇਹ ਨਹੀਂ ਕਹਿਣਾ ਕਿ ਭਾਈ ਅਸੀਂ ਤੇਰੇ ਨਾਲ ਹਾਂ, ਤੇਰੇ ਨਾਲ ਤੇਰਾ ਸਾਥ ਦੇਵਾਂਗੇ। ਤੂੰ ਉਹਨਾਂ ਨੂੰ ਇਹ ਨਹੀਂ ਕਹਿਣਾ ਤੇਰੇ ਨਾਲਦਿਆਂ ਨੇ, ਤੇਰੇ ਘਰਦਿਆਂ ਨੇ, ਤੇਰੇ ਰਿਸ਼ਤੇਦਾਰਾਂ ਨੇ ਕਿ ਭਾਈ ਇਹਨੂੰ ਛੱਡ ਦਿਓ, ਅਸੀਂ ਇਹਦੇ ਕਰਕੇ ਅਸੀਂ ਸਾਡੀ ਜਾਨ ਲੈ ਜਾਓ। ਅੱਜ ਲਾ ਕੋਈ ਕਿਸੇ ਪਿੱਛੇ ਮਰਿਆ, ਕਿਸੇ ਨੇ ਕਿਹਾ ਕਿ ਮੈਂ ਇਹਨੂੰ ਛੱਡ ਦਿਓ ਤੇ ਮੈਂ ਮਰ ਜਾਵਾਂਗਾ, ਨਹੀਂ, ਸਾਰੇ ਹੀ ਛੱਡ ਕੇ ਭੱਜ ਜਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇੱਥੇ ਸਾਹੂਕਾਰ ਦੀ ਲੜਕੀ ਦਾ ਜਿਹੜਾ ਭਾਈ ਸਾਖੀ ਹੁੰਦੀ ਹੈ, ਉਹ ਭਾਈ ਜਿਹੜੀ ਸਾਹੂਕਾਰ ਦੀ ਲੜਕੀ ਜਿਹਦੀ ਜਿਉਣ ਦੀ ਆਸ ਖਤਮ ਹੋ ਬੈਠੀ ਸੀ, ਉਹ ਆਪਣੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਜਿਹੜੇ ਮੇਰੇ ਸਰੀਰ ਤੇ ਗਹਿਣੇ ਪਾਏ ਹੈ ਨਾ, ਇਹ ਮੇਰੇ ਸਾਹਮਣੇ ਕਿਸੇ ਨੂੰ ਦਾਨ ਕਰ ਦੇ ਦਿਓ। ਪਰ ਜਿਹੜੇ ਉਹਦਾ ਪਿਤਾ ਸੀ ਬੜਾ, ਉਹ ਭਾਈ ਉਹਦੇ ਅੰਦਰ ਨੀਤ ਜਿਹੜੀ ਉਹ ਦੇਣ ਦੀ ਨਹੀਂ ਸੀ, ਕਿਸੇ ਨੂੰ ਭਾਈ ਉਹ ਦਾਨ ਨਹੀਂ ਕਰ ਸਕਦਾ ਸੀ। ਉਹਦੇ ਅੰਦਰ ਸੀਗੇ ਭਾਈ, ਉਹ ਸਾਹੂਕਾਰ ਟਾਲ ਦਿੰਦਾ ਸੀ ਕਿ ਨਾ ਪੁੱਤਰੀ ਤੂੰ ਠੀਕ ਹੋਵੇਂਗੀ, ਪਰ ਤੂੰ ਆਪਣੇ ਹੱਥਾਂ ਵਿੱਚ ਗਹਿਣੇ ਪਾਇਆ ਕਰੇਂਗੀ। ਪਰ ਜਦੋਂ ਉਹਦੀ ਆਵਾਜ਼ ਵੀ ਰੁਕ ਗਈ, ਫਿਰ ਉਹ ਕਵੇ ਇਸ਼ਾਰੇ ਕਰਕੇ, ਪਿਤਾ ਜੀ ਜਿਹੜੇ ਮੇਰੇ ਗਹਿਣੇ ਆ ਨਾ, ਉਹ ਮੈਨੂੰ
ਗਰੀਬਾਂ ਨੂੰ ਮੇਰੇ ਸਾਹਮਣੇ ਦੇ ਦਿਓ। ਤੇ ਫਿਰ ਭਾਈ ਉਹ ਇਸ਼ਾਰੇ ਕਰਕੇ ਦੱਸੇ, ਹੱਥ ਕਰਕੇ ਦੱਸੇ। ਫਿਰ ਉਹ ਪਿਤਾ ਆਪਣੀ ਗੱਲ ਤਾਂ ਸਮਝ ਲੈਂਦਾ ਸੀ ਕਿ ਮੇਰੀ ਪੁੱਤਰੀ ਕਹਿੰਦੀ ਕੀ ਹੈ, ਪਰ ਉਹ ਜਾਣ ਬੁੱਝ ਕੇ ਕਹਿੰਦਾ ਸੀ ਪੁੱਤਰੀ ਮੈਨੂੰ ਪਤਾ ਹੈ ਤੇਰੇ ਹੱਥਾਂ 'ਚ ਪੀੜ ਹੁੰਦੀ ਹੈ, ਫਿਰ ਮੈਂ ਇਹਦੇ ਵਿੱਚ ਕੀ ਕਰ ਸਕਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਇੱਥੇ ਤੇਰਾ ਦਾਨ ਦਿੱਤਾ ਹੋਇਆ ਭਾਈ ਅੱਗੇ ਕੰਮ ਹੁੰਦਾ ਹੈ। ਜੈਸੇ ਅਸੀਂ ਦਾਨ ਪੁੰਨ ਕਰਦੇ ਹਾਂ ਨਾ ਭਾਈ, ਉਹ ਪਰਲੋਕ ਦੇ ਵਿੱਚ ਸਾਨੂੰ ਉੱਥੇ ਪਦਾਰਥ ਮਿਲਦੇ ਨੇ ਭਾਈ, ਉੱਥੇ ਸਾਨੂੰ ਚੰਗੀਆਂ ਚੀਜ਼ਾਂ ਮਿਲਦੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਦਾਨ ਕਰੇ ਤੋਂ ਬਗੈਰ, ਪ੍ਰਭੂ ਦਾ ਨਾਮ ਜਪੇ ਤੋਂ ਬਗੈਰ, ਪ੍ਰਭੂ ਦੇ ਨਾਲ ਪ੍ਰੇਮ ਕਰਦੇ ਤੋਂ ਬਗੈਰ ਭਾਈ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੈਨੂੰ ਸਜ਼ਾਵਾਂ ਹੀ ਪ੍ਰਾਪਤ ਹੋਣਗੀਆਂ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤੇ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਪਰ ਜਿਨ੍ਹਾਂ ਨਾਲ ਤੇਰੀ ਪ੍ਰੀਤੀ ਹੈ ਉਹਨਾਂ ਨੇ ਤੇਰੇ ਨਾਲ ਭਾਈ ਸਾਥ ਨਹੀਂ ਜੋਣਾ। ਪਕੜ ਚਲਾਏ ਦੂਤ ਜਮ ਕਿਸੇ ਨਾ ਦੇਨੀ ਭੇਤ, ਛੜ ਖੜੋਤੇ ਕਿਨ ਮਾਏ ਜਿਨਸੋ ਲੱਗਾ ਹੇਤ, ਪਰ ਜਿਨ੍ਹਾਂ ਨਾਲ ਤੇਰਾ ਪ੍ਰੇਮ ਹੈ, ਜਿਨ੍ਹਾਂ ਨੂੰ ਭਾਈ ਤੇਰਾ ਨੂੰ ਚੋਰੀਆਂ ਕਰਕੇ, ਠੱਗੀਆਂ ਮਾਰ ਕੇ, ਲੋਕਾਂ ਨਾਲ ਧੋਖਾਧੜੀ ਕਰਕੇ, ਬਾਰ-ਬਾਰ ਉਹਨਾਂ ਨੂੰ ਲਾ ਕੇ ਭਾਈ ਲਿਆ ਕੇ ਖਿਲਾਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਬਹੁ ਪਰ ਪੰਚ ਘਰ ਪਰ ਧਨ ਲਿਆਵੈ, ਸੁਤਦਾਰ ਆਪੇ ਆਨ ਲੁਟਾਵੈ, ਮੇਰੇ ਮਨ ਭੁੱਲੇ ਕਪਟ ਨਾ ਕੀਜੈ, ਅੰਤ ਨਬੀਰਾ ਤੇਰੇ ਜੀ ਪੈ ਲੀਜੈ। ਭਾਈ ਜਿਨ੍ਹਾਂ ਵਾਸਤੇ ਤੂੰ ਚੋਰੀਆਂ ਕਰਦਾ ਹੈ, ਠੱਗੀਆਂ ਮਾਰਦਾ ਹੈ, ਜਿਨ੍ਹਾਂ ਦੇ ਵਾਸਤੇ ਭਾਈ ਤੂੰ ਲੋਕਾਂ ਨਾਲ ਧੋਖਾਧੜੀ ਕਰਦਾ ਹੈ, ਉਹਨਾਂ ਨੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਆਖਿਰ ਵਾਲੇ ਤੇਰੇ ਜੀ ਕੋਲ, ਤੇਰੇ ਜਿਹੜਾ ਜੀ ਅੰਦਰ ਬੈਠਾ ਨਾ ਇਹਦੇ ਕੋਲ ਭਾਈ ਲੇਖਾ ਦੇਣਾ ਦੇਖਾ ਦੇਣਾ ਪੈਣਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਪ੍ਰਭੂ ਦਾ ਨਾਮ ਜਪਣਾ ਕਰ, ਉਹਨੂੰ ਭੁਲਾਉਣਾ ਨਾ ਕਰ, ਪਰ ਪਕੜ ਚਲਾਏ ਦੂਤ ਜਮ, ਤੇਰੇ ਜਿਹੜੇ ਭਾਈ ਤੇਰੇ ਨਾਲ ਨੇ, ਰਿਸ਼ਤੇਦਾਰ ਨੇ ਤੇਰੇ ਭਾਈ, ਤੇਰੇ ਨਾਲ ਰਹਿਣ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਕਿਤੇ ਵੀ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਸਾਰਿਆਂ ਨੇ ਭਾਈ ਤੇਰਾ ਸਾਥ ਜਿਹੜਾ ਛੱਡ ਕੇ ਚਲੇ ਜਾਣਾ ਭਾਈ, ਤੇਰੇ ਨਾਲ ਕੋਈ ਵੀ ਨਹੀਂ ਜਾਂਦੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਾਜ ਖੜੋਤਾ ਕਿ ਨਾ ਮੈਂ ਜਿਨਸੋ ਲੱਗਿਆ ਹੈ, ਭਾਈ ਸਾਰੇ ਹੀ ਛੱਡ ਕੇ ਚਲੇ ਜਾਣੇ। ਪਹਿਲਾਂ ਤਾਂ ਆਪਣੇ ਹੱਥੀਂ ਕੁਝ ਦਾਨ ਨਹੀਂ ਕਰਦਾ ਸੀ, ਪਿੱਛੋਂ ਅੰਤ ਸਮੇਂ ਹੱਥਾਂ ਨਾਲ ਇਸ਼ਾਰਾ ਕਰਦੇ ਰਹਿੰਦਾ ਕਿ ਉੱਥੇ ਮੇਰਾ ਧਨ ਦਬਿਆ ਹੈ, ਉੱਠ ਕੇ ਦਾਨ ਕਰ ਦਿਓ, ਕਿਉਂਕਿ ਪਰਲੋਕ ਵਿੱਚ ਹੀ ਮੇਰੀ ਸਹਾਇਤਾ ਇਸ ਧਨ ਨੇ ਕਰਨੀ ਹੈ। ਪਰ ਤੋ ਦਾਨ ਕਿਸੇ ਨੇ ਨਹੀਂ ਕਰਨਾ, ਸਗੋਂ ਜਿਹੜੇ ਜਿਨ੍ਹਾਂ ਨੂੰ ਪਤਾ ਲੱਗਿਆ ਧੀਆਂ ਪੁੱਤਰਾਂ ਨੇ ਕਿ ਸਾਡਾ ਪਿਤਾ, ਸਾਡਾ ਬਜ਼ੁਰਗ, ਸਾਡਾ ਦਾਦਾ ਸਾਡੇ ਵਾਸਤੇ ਤੇ ਧਨ ਰੱਖ ਕੇ ਗਿਆ, ਫਿਰ ਉਹ ਧਨ ਜਿਹੜਾ ਰੱਖਿਆ ਹੈ ਨਾ, ਜਿਹੜਾ ਚੋਰੀਆਂ ਕਰਕੇ ਠੱਗੀਆਂ ਮਾਰ ਕੇ ਧਨ ਜੋੜਦਾ ਸੀ ਆਪਣੇ ਧੀਆਂ ਪੁੱਤਰਾਂ ਵਾਸਤੇ, ਉਹ ਕੰਮ ਤਾਂ ਆਇਆ ਨਹੀਂ, ਉਹ ਦਾਨ ਪੁੰਨ ਤਾਂ ਕੀਤਾ ਨਹੀਂ। ਉਹ ਜਦੋਂ ਟੁੱਟ ਗਏ, ਸਰੀਰ ਚੱਲ ਨਹੀਂ ਸਕਦਾ, ਫਿਰ ਇਹ ਸਾਰੇ ਕਰ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਦੱਸਦਾ ਹੈ ਕਿ ਮੇਰਾ ਜਿਹੜਾ ਦਾਨ ਇਸ ਕੰਧ ਦੇ ਵਿੱਚ ਦੱਬਿਆ ਹੋਇਆ ਹੈ, ਇਹ ਦਾਨ ਜਿਹੜਾ ਧਨ ਹੈ ਨਾ ਇਹ ਕੱਢ ਕੋ ਗਰੀਬਾਂ ਨੂੰ ਦਾਨ ਕਰ ਦੇ ਦਿਓ। ਫਿਰ ਉਹ ਕਿੱਥੇ ਦਾਨ ਕਰਦੇ ਨੇ? ਜਿਨ੍ਹਾਂ ਨੇ ਭਾਈ ਅੰਦਰ ਲਾਲਚ ਹੁੰਦਾ ਹੈ ਉਹ ਥੋੜ੍ਹੀ ਦਾਨ ਕਰਾਂਗੇ। ਫਿਰ ਉਹ ਧਨ ਕੀ ਕਰਦਾ ਹੈ? ਫਿਰ ਉਹ ਧੀਆਂ ਪੁੱਤਰਾਂ ਦੀ ਆਪਸ ਦੇ ਵਿੱਚ ਜੰਗ ਕਰਾਉਂਦਾ ਹੈ, ਲੜਾਈਆਂ ਕਰਾਉਂਦਾ ਹੈ, ਫਿਰ ਭਾਈ ਪਰਿਵਾਰ ਦੇ ਵਿੱਚ ਕਲੇਸ਼ ਹੀ ਹੁੰਦੇ ਨੇ। ਇਹੋ ਜਿਹਾ ਜਿਹੜਾ ਕਮਾਇਆ ਹੋਇਆ ਧਨ ਕਦੇ ਵੀ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਵਿਹਲਾ ਰਹਿੰਦੇ ਹੋਏ ਆਪਣੇ ਹੱਥਾਂ ਦੇ ਨਾਲ ਹੀ ਜਿੰਨਾ ਦਾਨ ਪੁੰਨ ਕਰ ਲੋਗੇ ਉਨਾ ਹੀ ਕੰਮ ਆ ਜਾਵੇਗਾ। ਨਹੀਂ ਭਾਈ ਹੱਥ ਤੋਂ ਜਦੋਂ ਟੁੱਟ ਗਏ ਨਾ, ਜਦੋਂ ਸਾਡਾ ਸਰੀਰ ਨੇ ਕੰਮ ਹੀ ਛੱਡ ਦਿੱਤਾ, ਫਿਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੁਛ ਵੀ ਤੇਰੇ ਹੱਥ ਨਹੀਂ ਆਉਣਾ, ਫਿਰ ਕੁਛ ਵੀ ਕਿਸੇ ਨੇ ਤੇਰਾ ਭਾਈ ਆਖੇ ਨਹੀਂ ਲੱਗਣਾ, ਸਾਰਾ ਕੁਛ ਇੱਥੇ ਹੀ ਛੱਡ ਕੇ ਚਲੇ ਜਾਣਾ। ਫਿਰ ਇਸ ਜੀ ਦੇ ਨਾਲ ਭਾਈ ਜਿਹੜਾ ਕੁਛ ਹੋਵੇਗਾ ਉੱਥੇ ਜਾ ਕੇ ਇਸ ਜੀ ਦੇ ਨਾਲ ਹੀ ਬੀਤੇਗਾ। ਸੱਚੇ ਪਾਤਸ਼ਾਹ ਕਹਿੰਦੇ ਨੇ ਹੱਥ ਮਰੂੜਾ ਤਨ ਕਪੇ ਸਿਆਹੋ ਹੋਆ ਸੇਤ, ਪਰ ਜਦੋਂ ਜਵਾਨੀ ਪੈਰੇ ਦੇ ਵਿੱਚ ਸਰੀਰ ਦੇ ਵਿੱਚ ਬਲ ਸੀ, ਹੱਥ ਮਰੋੜਦਾ ਸੀ, ਕਹਿੰਦਾ ਸੀ ਮੇਰੇ ਵਰਗਾ ਤਾਂ ਕੋਈ ਨਹੀਂ ਹੈਗਾ, ਜਿੰਨਾ ਮੇਰੇ 'ਚ ਬਲ ਹੈ, ਮੈਂ ਹੀ ਹਾਂ ਸੰਸਾਰ ਦੇ ਵਿੱਚ, ਮੈਂ ਹੀ ਹਾਂ ਜੋ ਕੁਝ ਹੈ। ਆਪਣੇ ਸਰੀਰ ਦੇ ਵਿੱਚ ਚਿੱਟੇ ਕੱਪੜੇ ਪਾ ਕੇ ਉਹਦੇ ਵਿੱਚ ਇੱਕ ਵੀ ਕਾਲਾ ਦਾਗ ਨਹੀਂ ਲੱਗਣ ਦਿੰਦਾ ਸੀ। ਛੱਡ ਖੜੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੱਥ ਮਰੋੜਾ, ਆਪਣੇ ਹੱਥਾਂ ਨੂੰ ਬਾਹਾਂ ਨੂੰ ਹੱਥ ਲਾ ਲਾ ਕੇ ਮਰੋੜ ਕੇ ਦੱਸਦਾ ਸੀ, ਕਹਿੰਦਾ ਮੇਰੇ ਵਿੱਚ ਬਲ ਹੈ, ਮੇਰੇ ਵਿੱਚ ਬਲ ਹੈ ਤੇ ਤਨ ਕਪੇ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਬੁੱਢਾ ਸਰੀਰ ਹੋ ਗਿਆ ਫਿਰ ਸਰੀਰ ਕੰਬਣ ਲੱਗਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਤੋਂ ਦਵਾਨੀ ਰੁੱਧਾ, ਕਾਂਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ। ਜਦੋਂ ਭਾਈ ਸਰੀਰ ਦੇ ਵਿੱਚ ਬਲ ਹੀ ਨਹੀਂ ਰਿਹਾ, ਅੱਖਾਂ ਤੋਂ ਦਿਸਦਾ ਨਹੀਂ, ਰੁੱਧਾ ਗਲੇ ਤੋਂ ਆਵਾਜ਼ ਨਹੀਂ ਨਿਕਲਦੀ, ਫਿਰ ਸੱਚੇ ਪਾਤਸ਼ਾਹ ਕਹਿੰਦੇ ਉਸ ਵੇਲੇ ਪਛਤਾਏਗਾ, ਉਸ ਵੇਲੇ ਕੁਛ ਨਹੀਂ ਹੋ ਸਕਦਾ। ਜਵਾਨੀ ਪੈਰੇ ਵਿੱਚ ਤੂੰ ਪ੍ਰਭੂ ਦਾ ਨਾਮ ਨਹੀਂ ਜਪਣਾ ਕੀਤਾ, ਜਵਾਨੀ ਦੇ ਪੈਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਤੈਨੂੰ ਯਾਦ ਨਹੀਂ ਕੀਤਾ,
ना ही उधर नाम जपना किया, ना ही अपने हत्थां नाल भाई तू दान करना किया। अपने शरीर दे तू चिट्टे कपड़े पा के रखदा सी, उन्हां भाई दाग नहीं लगन दिंदा सी। तू अपने शरीर नाल अपने हत्थां नाल कदे भी दान पुण्य नहीं किया, सेवा नहीं की, पुण्य दान नहीं किया, गुरु घर आके जोड़ियां की सेवा नहीं की, झूठे भांडे नहीं मांजे भाई। फिर सच्चे पातशाह कहते हैं पर बुढ़े वेले तो फिर कोई सेवा नहीं होनी, ना नाम ही जपया जाना, ना ही इस प्रभु के दर्शन होने। फिर तो भाई सच्चे पातशाह कहते हैं तेनों फिर तो उसने सुननी भी नहीं परमात्मा ने। इस करके सच्चे पातशाह कहते हैं भाई समय रहंदे होए ही सारा कुछ हुंदा है, समय रहंदे ही जो शरीर ते बल होए उदों ही नाम जपया जाता है। बुढ़े वेले तो भाई नाम भी नहीं जपया जाता। पर सच्चे पातशाह कहते जिहा बीजै सो लुणै कर्मा संदड़ा खेत, पर जिहा तू धरती दे विच बीज बीजेगा वही उस तरह का तेन फल प्राप्त होएगा। हुण सच्चे पातशाह कहते हैं जे भाई तू धरती दे विच किक्कर बीजेगा तो तू कवें कि मैनूं किक्कर बीज के बिजोर साहिब दीआं दाखां प्राप्त हो जाण, वो कित्थे प्राप्त होणीआं? फरीदा किक्कर बीजै जट वाहिगुरू। इस तरह फरीद भगत जी कहते हैं भाई अपनी बाणी विच तू किक्करां नूं बीज के कहेगा कि मैनूं भाई मैनूं बिजोर सैर दीआं दाखां प्राप्त हो जाणगियां, कित्थे प्राप्त होणगियां? वो जे तू कहे कि भाई मैं अंब बीज वाहिगुरू अक बीज के ते मैं कलमी आम प्राप्त कर लवां, वो तैनूं कित्थे प्राप्त होणगे? वो नहीं हो सकते। ये कहेगा कि मैं उटां दी ऊन नूं लैके कि भाई मैं रेशमी वस्त्र पहन लवां, रेशमी वस्त्र अपने शरीर ते धान कर लेवां, सच्चे पातशाह कहंदे वो तैनूं प्राप्त नहीं होवेगा। जिहड़ा तू इस रहंदे होए इस धरती ते जिहो जे तू बीज बीजेगा उही तैनूं फल प्राप्त होवेगा। जिहो जिहा तू लोकां नाल व्यवहार करेगा उस तरह भाई जे तू ईर्खा विच द्वैत भावना दे विच लग के भाई लोकां दी निंदा चुगली करेगा, सच्चे पातशाह कहते हैं भाई तैनूं उस तरह के फल प्राप्त होणगे। जिहा बीजै सो लुणै कर्मा संदड़ा खेत। इत्थे तां भाई जिहड़ा तू खेती विच तू बीजेगा, जे तू कवे कि मैं खेती विच कणक बीज के उत्थे मैं चौल प्राप्त कर लवांगा, तैनूं चौल प्राप्त नहीं हुंदे। उत्थे भाई तैनूं जे कणक बीजनी है तो तैनूं कणक ही प्राप्त होवेगी। इस करके धरती विच जिहड़ा भी तू बीज बीजदा है उही तैनूं प्राप्त होवेगा। पर सच्चे पातशाह जी फरमान करदे नानक प्रभ शरणागति चरण बोहित प्रभ देत। सच्चे पातशाह कहंदे जिहड़ा भी निमरता दे सहित भाई अपने हिरदे विच भावना दे नाल सच्चे पातशाह चरणां विच अपने आप नूं जिन्हां ने भाई निभा लिया, सच्चे पातशाह चरण विच आ गया। फिर सच्चे पातशाह दी चरण एडे वड्डे ने, एक जहाज दी न्याई ने, और फिर उस अपने चरणों का प्यार बख्श के सच्चे पातशाह कहंदे नानक प्रभ शरणागति। जिहड़ा भी सच्चे पातशाही चरण विच आ गया, शरण विच आ गया, बोहित प्रभ देत। सच्चे पातशाह जिन्हों भाई अपने नाम रूपी जहाज दे विच बिठा के इस संसार समुंदर तो पार कर देंदे ने। इस भाई अपने बेड़े विच बिठा के ये जिहड़ा अगदा तपदा होया संसार है, इस संसार दे विचों सच्चे पातशाह जी पार कर देंदे ने, उन्हों भाई इस संसार तो तार देंदे ने। जिहा बीजै सो लुणै कर्मा संदड़ा खेत, नानक प्रभ शरणागति चरण बोहित प्रभ देत। से भादो रखना पाईऐ गुर रखण वाला है। जिन्हों भाई गुरु रख लवे फिर भादो दे महीने द्वारा सच्चे पातशाह जी यही साडे ताईं उपदेश बख्श रहे हैं कि भाई भादों के महीने द्वारा साडे ताईं यही उपदेश है कि भाई वो नरकां विच नहीं पैंदे, वो जुन्नां विच नहीं पैंदे, वो भाई उन्होंने बार बार माता के गर्भ दे विच नहीं आउणा पैंदा, वो नरकां दे विच घोर नरक जिन्होंने भोगने पैंदे ना, जिन्हें भाई अजे तक शरण विच नहीं ना आए अजे भी वेला है, अजे भी प्रभु दे शरण विच आ जाओ, अमरधारी हो, नाम जपना करो। घट तो घट भाई साडे ताईं साडे पिता श्री गुरु गोबिंद सिंह जी महाराज जी का यह हुक्म है भाई मेरा सिख जड़ा है वो 5 बाणियां दा नितनेम जरूर करे, तो शाम को 2 बाणियां का मिल के 7 बाणियां का नितनेम जड़ा सिख भाई करता है वो कदे भी नरक विच नहीं पै सकता। इन्ना साडे सच्चे पातशाह साडे ताईं हुक्म है जे भाई बाणी नहीं पढ़नी जानता ना उन्ना समा 1.25 घंटा सवेरे ते 1.25 घंटा शाम नूं वाहिगुरू सिमरन विच लावे। ताई संसार दे विच भाई जिहड़ा अग दा संसार है सारे पासे काम क्रोध लोभ हंकार की जिहड़ी अग है ये भाई ये सारिਆਂ ਨੂੰ साड़ रही है। इस जे अग तो बचना ना तो प्रभु के नाम दे विच अपना समा देना पवेगा। सानू 24 घंटे 24,000 सुआस रोज़ मिलते हैं तो सानू भाई 2.5 घंटे ही सच्चे पातशाह ने हुक्म लाया सिर्फ तो भाई 2.5 घंटे का भी नाम जप ही सकते हैं। जिहड़ा 2.5 घंटे भी
प्रभु की पर भगती विच प्रभु के नाम दे विच नाम जपण दे विच नहीं ना लाउंदा, सच्चे पातशाह कहंदे ने भाई वो फिर उन्होंने नरक मिलणगे, भाई उन्होंने जुन्ना मिलणगियां, भाई और फिर गंदी नाली के कीड़े बनणगे, वो भाई जुन्ना विच बार बार भटकणगे, वो माता के गर्भ दे विच भाई जिथे बहुत ज़्यादा अग्नि है, जिथे भाई रोड भी पिघल जाते उत्थे फिर भाई पुट्ठा लमकना पवेगा। ये सच्चे पातशाह ने ये साडे ताईं भाई भादो के महीने द्वारा किरपा की। दूसरी भाई दमदमी टकसाल के 13वें मुखी संत बाबा करतार सिंह जी महापुरख, पिंडरा वाले महापुरख, उन्होंने भाई अज बरसी है, जो कि भाई 78 के लुधियाने कार एक्सीडेंट के जिन्हों का भाई देहांत हो गया सी। जो भाई उन्होंने कार का एक्सीडेंट होया तो डॉक्टर ने कहा, क्योंकि उन्होंने पसलियां टुट गई सी, ते जड़े बाहर के डॉक्टर आए सी उन्होंने कहा कि महापुरखो जिहड़े तुहाडे ने छाती के केसना ने कतल करने पैणगे, फिर तुहाडा ऑपरेशन हो सकता। तो महापुरख कहते भाई जीवन बार बार नहीं मिलता, जे तुसी मेरे केस कतल कर दिते तो फिर मैं गुरु तो बेमुख हो जावांगा। महापुरखा ने ऑपरेशन नहीं कराया तो अपना शरीर ही छड़ देना किया। तो आप ही कहते ही भाई एक धारणा भी पढ़ते होंगे सी कि सिर जावे तो जावे, मेरा सिक्खी सिदक ना जावे। सिख का अपने गुरु के प्रति इन्ना सिदक होना चाहिए कि अपने गुरु के प्रति भावें जान क्यों ना चली जाए, पर गुरु का सिख जड़ा वो भावें कदे डोले ना। महापुरखा ने भाई जो इंदिरा गांधी ने एमरजेंसी लाती सी पंजाब दे विच, देश के विच, तो उस वेले 37 नगर कीर्तन जड़े जुलूस भी कहते सी, पहला जुलूस जरा शब्द है अज थोड़ा और तरह का हो गया, पर पहला नगर कीर्तन को जुलूस ही कहते सी। जिवें जथेदार होंदे सी उन्होंने सतगुरु पातशाह वेले मसंद कहती सी, जे अज किसी को मसंद कह दीए तो अगला गुस्सा करता है। तो शब्द बिगाड़े सानू, असी नहीं बिगाड़े ने शब्द, रहो विचार। पर महापुरख भाई उदों जदों तीसरी शताब्दी सी, धन श्री गुरु तेग बहादुर महाराज की शहीदी की शताब्दी दिल्ली विखे मना रहे सी, सारा पंथ दिल्ली विखे बैठे सन स्टेज के उत्ते, उत्थे इंदिरा गांधी आई, जिन्हें भी साढ़े टुकड़ बोझ पहला भी बड़े सी ते हुण भी बड़े ने। तो जो इंदिरा गांधी आई ना, महाराज की हजूरी में खड़ उठ के खड़ गए इंदिरा गांधी देख के। तो बाबा जोड़ा करतार सिंह महापुरख सी वो नहीं उठे। तो बाद जो उन्होंने समा बोलन का आया ना, फिर उन्होंने वो गल्लां दसियां। पहला जोड़े साढ़े टुकड़ बोझ से उन्होंने पता की कहा इंदिरा गांधी ने कि प्रधान जी साढ़े पंजाब दे विच तो अपना तुसीं कोई मुंडा विआहो तो साढ़े नाल रिश्तेदारियां जोड़ो। इस तरह के उन्होंने बहुत जोड़े भाई पोचे मारे सरकार दे प्रति, सरकार दे ताईं इंदिरा गांधी ताईं कि साढ़े ताईं कोई चंगा सुनेहा जाए। पर महापुरख जो समा आया ना, फिर महापुरखा ने स्टेज पर बोलना किया कि ये कोई साढ़े ते शान कर नहीं आई, साढ़े गुरु तेग बहादुर महाराज की शहीदी इन्हां करके हुई है, इन्हां दा पंथ साडा साढ़े गुरु तेग बहादुर महाराज ने बचाया। जे गुरु तेग बहादुर महाराज अपनी शहीदी ना देंदे ना तो इन्हां दा जिहड़ा इस बैठी है ना, ये जड़े सीट पर बैठी है वो सीट पर बैठ ना सकती, इन्हें धर्म नहीं रहना सी। महापुरखा ने कहा भाई जिन्ने भी दे शरीर के रोम ने ना, इन्नी बार जे अपना शरीर वढ़ के भी देवे ना तो भी गुरु तेग बहादुर महाराज दे देना नहीं दे सकते। और रही गल कि जड़ा सिख है वो अपनी धी का रिश्ता एक सिख नूं करदा है, ना कि किसी मुन्ने कुन्ने, ना कि बेअमरतीए नूं, ना किसी बेसिखीए नूं। ते दूसरी गल जिहड़ा महाराज का सत्कार नहीं जानता, तो उन्होंने ताई बाबा करतार सिंह ने बड़ी फटकार लाई, बड़ा ना उन्होंने खिंचना किया। पर उस दिन तो जी इंदिरा गांधी ना दमदमी टकसाल के नाल ते सिखां दे नाल खैर जी है अपने अंदर जड़ा जहर भर लिया सी। तो यही देखती सी ये कौन ने जड़े इन्हें नेतड़क बोलते हैं, क्योंकि वो दमदमी टकसाल दे जी धन श्री गुरु गोबिंद सिंह महाराज ने ये टकसाल चलाई, वो 13वें मुखी संत बाबा करतार सिंह जी, जिन्हों का भाई मुक्तसर जिले के भूरे कुन्ने में जन्म होया। तो 1948 के दमदमी टकसाल संत बाबा गुरबचन सिंह जी को अपनी भाई विद्या प्राप्त की, जथे में आए, फिर भाई जथे की सेवा की, बहुत ज़्यादा स्थान बनाए। एक एक दिन के कहते 14 कथा कराया करते सी, कई पिंडों में जाके एक दिन के आज तक ज्ञानी 1 घंटा कथा कर लेना, कोई कहता मैं तो थक गया हार गया। पर महापुरख 13 14 कथा साइकिल पर जाना, साइकिल पर जाके फिर कथा करनी, एडा महापुरखों का जीवन।
ਤੇ ਸਰੀਰ ਦੇ ਵਿੱਚ ਅੱਜ ਕੱਲ੍ਹ ਦੇ ਸੰਤਾਂ ਭਾਈ ਲੱਖ ਲੱਖ ਰੁਪਈਆਂ ਦੇ 85 ਹਜ਼ਾਰ ਦੇ ਪੈਰਾਂ ਵਿੱਚ ਤੇ ਬੂਟ ਪਾਉਂਦੇ ਨੇ ਤੇ ਮਹਾਂਪੁਰਖ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਹੁੰਦੀਆਂ ਪੈਰਾਂ ਵਿੱਚ, ਟੁੱਟੀਆਂ ਹੋਈਆਂ ਜੁੱਤੀਆਂ। ਤੇ ਸਿੱਖ ਕੌਮ ਦਾ ਇੰਨਾ ਪ੍ਰਚਾਰ ਕੀਤਾ ਤੇ ਉਹ ਕਹਿਣੀ ਕਥਨੀ ਤੇ ਬੜੇ ਪੂਰੇ ਸੀ ਭਾਈ। ਅੱਜ ਉਹਨਾਂ ਦੀ ਬਰਸੀ ਹੈ। ਅੱਜ ਦੇ ਦਿਨ ਭਾਈ 16 ਅਗਸਤ ਨੂੰ 1977 ਦੇ ਵਿੱਚ ਉਹ ਭਾਈ ਲੁਧਿਆਣੇ ਕਾਰ ਐਕਸੀਡੈਂਟ ਦੇ ਵਿੱਚ ਆਪਣਾ ਸਰੀਰ ਛੱਡ ਗਏ ਸੀ। ਅੱਜ ਉਹਨਾਂ ਦੇ ਮਹਾਂਪੁਰਖਾਂ ਦੀ ਵਰਸੀ ਹੈ ਤੇ ਭਾਦੋ ਦਾ ਮਹੀਨੇ ਦੀ ਅੱਜ ਭਾਈ ਸੰਗਰਾਂਦ ਹੈ। ਸੰਗਰਾਂਦ ਦੇ ਦਿਹਾੜੇ ਤੋਂ ਮੁੱਖ ਰੱਖਦਿਆਂ ਭਾਈ ਭਾਦੋਂ ਦੇ ਮਹੀਨੇ ਦੀ ਕਥਾ ਵਿਚਾਰ ਹੋਈ ਹੈ। ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਸਾਹਿਬ ਤੇ ਸਤਿਗੁਰ ਸਾਹਿਬ ਦੀ ਭਾਈ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਲੇਖੇ ਕਤੇ ਨਾ ਛੁਟੀਏ ਕਿਨ ਕਿਨ ਭੁੱਲਣਹਾਰ, ਬਖਸ਼ਣਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਨਾਨਕ ਪ੍ਰਭ ਸ਼ਰਨਾਗਤੀ ਚਰਨ ਪੋਈਤ ਪ੍ਰਭ ਦੇਤ, ਸੇ ਭਾਦੋ ਨਰਖ ਨਾ ਪਾਈਏ ਗੁਰ ਰੱਖਣ ਵਾਲਾ ਏਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਗਾਈਆ ਸ਼ਬਦੋ ਤਾ ਗਾਓ। ਹਰੀ ਕੀ ਰਮੰਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੁਸ ਦਰ ਹੋਰ ਨਾਲੇ, ਫਿਰ ਨਾਦ ਰਹੋ ਤੁਮ ਮਨ ਮੇਰੇ ਦੋਸਾ ਵਿਸਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸੁਵਰਣਾ, ਸਭ ਨੰਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰੇ ਸਭ ਕਿਛੇ ਜਿਸ ਦੇ ਸੋ ਪਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬੇ ਕਿਆ ਨਾਹੀ ਘਰ ਤੇਰੇ। ਸੱਚਾ ਨਾਮ ਮੇਰਾ ਆਧਾਰੋ, ਸਾਚੇ ਨਾਮ ਆਧਾਰ ਮੇਰਾ। ਜਿਨ ਭੁਖ ਸਭ ਗਵਈਆ ਕਰ ਸਾਥ, ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪੁਜਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਭ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆ। ਪੰਜ ਦੂਤ ਤੁਧ ਵਸ ਇਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ ਸੇਨਾ ਮਰ ਕੇ ਲਾਗੇ। ਕਹਿ ਨਾਨਕ ਤੈ ਸੁਖੁਆ ਤਿਤ ਘਰਿ ਅਨੰਦ ਵਾਜੇ। ਆਨੰਦ ਸੁਣੋ ਉੜ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਰੇ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤੇ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰੀਆ, ਪਰ ਪੂਰੇ ਬਿਨਵੰਤੇ ਨਾਨਕ ਗੁਰ ਚਰਨ ਲਾਗੇ ਵਾਜੇ। ਅਨਹਦ ਤੁਰੇ ਸਲੋਕ ਪਵਨ ਗੁਰ ਪਾਣੀ, ਪਿਤਾ ਮਾਤਾ ਤਰਤ ਮਾਤ। ਦਿਸਰਾ ਦੁਈ ਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆ ਬੁਰੀਆਈਆ। ਵਾਤੇ ਧਰਮ ਦੂਰ ਕਰਮੀ ਆਪ ਆਪਣੀ, ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ। ਗਈ ਮਸਕਤ ਕਾਲ ਨਾਨਕ ਤੇ ਮੁਖਜਲੀ, ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ। ਗਈ ਮਸਕਤ ਕਾਲ ਨਾਨਕ ਤੇ ਮੁਖਜਲੀ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਈ ਅਰਦਾਸ। पिता हम मुबारक, तुम्हारी कृपा में सुख नहीं।